USA ਦੀ ਅੰਬੈਸੀ ਦੇ ਵਿੱਚ ਉਸ ਵੇਲੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲੱਗਣ ਲੱਗੇ ਜਦੋਂ ਬਿਨਾਂ ਕਾਗਜ਼ਾਂ ਦੇ ਇੱਕ ਸਿੱਖ ਨੂੰ USA ਦਾ ਵੀਜ਼ਾ ਮਿਲ ਗਿਆ। ਅਜਿਹਾ ਚਮਤਕਾਰ ਵਰਤਿਆ ਕਿ ਗੋਰਾ ਅਫਸਰ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ। ਜਾਣੋ ਅਜਿਹਾ ਕੀ ਹੋਇਆ USA ਅੰਬੈਸੀ ਵਿੱਚ। ਸਤਵੀਰ ਸਿੰਘ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਹਨ। ਉਹਨਾਂ ਦਾ ਪਰਿਵਾਰ ਗੁਰਸਿੱਖ ਪਰਿਵਾਰ ਹੈ। ਘਰ ਦੇ ਵਿੱਚ ਗਰੀਬੀ ਸੀ ਪਰ ਬੱਚੇ ਪੜ੍ਹ ਲਿਖ ਗਏ, ਪਰ ਪੜ੍ਹਾਈ ਕਰਨ ਦੇ ਬਾਵਜੂਦ ਵੀ ਬੱਚਿਆਂ ਨੂੰ ਵਧੀਆ ਨੌਕਰੀ ਨਹੀਂ ਮਿਲੀ ਤੇ ਮਾੜੀ ਮੋਟੀ ਪ੍ਰਾਈਵੇਟ ਜੌਬ ਕਰਨ ਦੇ ਲਈ ਮਜਬੂਰ ਹੋ ਗਏ, ਜਿਸ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਚੱਲਦਾ ਸੀ। ਸਤਵੀਰ ਸਿੰਘ ਆਪ ਸ਼ਹਿਰ ਦੇ ਵਿੱਚ ਆਟੋ ਚਲਾਉਂਦੇ ਸਨ ਤੇ ਉਹਨਾਂ ਨੇ ਦੱਸਿਆ ਕਿ ਮੇਰੀ ਭੈਣ USA ਦੇ ਵਿੱਚ ਰਹਿੰਦੀ ਹੈ ਤੇ ਉਸਨੇ ਸਾਡੇ ਸਾਰੇ ਪਰਿਵਾਰ ਦੇ ਕਾਗਜ਼ ਬਹੁਤ ਟਾਈਮ ਪਹਿਲਾਂ USA ਵੀਜ਼ੇ ਦੇ ਲਈ ਲਗਾਏ ਹੋਏ ਸੀ। ਸਮਾਂ ਨਿਕਲਦਾ ਗਿਆ ਪਰ ਸਾਡਾ USA ਦਾ ਕੰਮ ਨਹੀਂ ਬਣਿਆ। ਮੇਰੀ ਉਮਰ ਤਾਂ ਲੰਘ ਚੁੱਕੀ ਸੀ ਤੇ ਹੁਣ ਬੱਚੇ ਵੀ ਆਪਣੀ ਜ਼ਿੰਦਗੀਆਂ ਤੋਂ ਪਰੇਸ਼ਾਨ ਸਨ ਅਤੇ ਵਧੀਆ ਨੌਕਰੀ ਨਾ ਮਿਲਣ ਕਾਰਨ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ। ਲਾਕਡਾਊਨ ਦੇ ਵਿੱਚ ਮੇਰੇ ਦੋਨੋਂ ਬੱਚਿਆਂ ਦੀ ਜੌਬ ਛੁੱਟ ਗਈ ਤੇ ਉਹਨਾਂ ਨੂੰ ਮੁੜ ਕੇ ਜੌਬ ਨਹੀਂ ਮਿਲੀ। ਮੇਰੀ ਲੜਕੀ ਤਾਂ ਘਰ ਰਹਿ ਕੇ ਪਰੇਸ਼ਾਨ ਰਹਿਣ ਲੱਗੀ। ਹੋਰ ਤਾਂ ਹੋਰ ਮੇਰਾ ਲੜਕਾ ਇਕੱਲਾ ਰਹਿਣ ਦੇ ਕਾਰਨ ਗਲਤ ਸੰਗਤ ਦੇ ਵਿੱਚ ਪੈ ਗਿਆ ਤੇ ਨਸ਼ਿਆਂ ਵੱਲ ਚੱਲਣ ਲੱਗਿਆ। ਆਪਣੇ ਘਰ ਦੇ ਹਾਲਾਤ ਮੇਰੇ ਕੋਲੋਂ ਦੇਖੇ ਨਹੀਂ ਗਏ ਤੇ ਮੈਂ ਹਰ ਰੋਜ਼ ਪਾਠ ਕਰਦਾ ਸੀ ਤੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨ ਲੱਗਿਆ। ਉੱਥੇ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਜੈਸੇ ਤੈਸੇ ਕਰਕੇ ਮੈਂ ਆਪਣੇ ਲੜਕੇ ਨੂੰ ਨਸ਼ੇ ਵੱਲ ਜਾਣ ਤੋਂ ਪਹਿਲਾਂ ਹੀ ਮੋੜ ਲਿਆ ਤੇ ਗੁਰਬਾਣੀ ਦੇ ਵੱਲ ਲਗਾ ਦਿੱਤਾ ਅਤੇ ਸਹਿ ਪਰਿਵਾਰ ਜਪਜੀ ਸਾਹਿਬ ਦਾ ਪਾਠ ਕਰਕੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨੀ। ਦਰਬਾਰ ਸਾਹਿਬ ਦੇ ਵਿੱਚ ਹੀ ਕਿਸੇ ਗੁਰਮੁਖ ਦੇ ਕਹਿਣ ਦੇ ਉੱਤੇ ਆਪਾਂ ਰਾਤ ਵੇਲੇ ਟਿੱਕੀਆਂ ਦੀ ਰੇਹੜੀ ਲਗਾਉਣ ਲੱਗੇ, ਜਿਸ ਦੇ ਨਾਲ ਸਾਰੇ ਪਰਿਵਾਰ ਨੂੰ ਇੱਕ ਕੰਮ ਮਿਲ ਗਿਆ ਤੇ ਸਾਰਾ ਪਰਿਵਾਰ ਇਸ ਕੰਮ ਦੇ ਵਿੱਚ ਬਿਜੀ ਹੋ ਗਿਆ। ਹੌਲੀ ਹੌਲੀ ਸਮਾਂ ਲੰਘਿਆ ਤਾਂ ਸਾਨੂੰ USA ਅੰਬੈਸੀ ਤੋਂ ਇੰਟਰਵਿਊ ਦੀ ਕਾਲ ਆ ਗਈ। ਇੱਕ ਖੁਸ਼ੀ ਦੀ ਲਹਿਰ ਸਾਡੇ ਪਰਿਵਾਰ ਦੇ ਵਿੱਚ ਫੈਲ ਗਈ। ਆਪਾਂ USA ਅੰਬੈਸੀ ਜਾਣ ਦੀ ਤਿਆਰੀ ਕੀਤੀ। ਸਾਰੇ ਪਰਿਵਾਰ ਨੇ ਆਪਣੇ ਪਾਸਪੋਰਟ ਅਤੇ ਪੇਪਰ ਆਦਿ ਇਕੱਠੇ ਕੀਤੇ ਤੇ USA ਅੰਬੈਸੀ ਨੂੰ ਚਲੇ ਗਏ। ਹੁਣ ਜਦੋਂ ਇੰਟਰਵਿਊ ਹੁੰਦੀ ਹੈ ਤਾਂ ਅੰਬੈਸੀ ਦੇ ਵਿੱਚ ਓਰੀਜਨਲ ਡਾਕੂਮੈਂਟ ਜਿਵੇਂ ਓਰੀਜਨਲ ਪਾਸਪੋਰਟ ਤੇ ਓਰੀਜਨਲ ਰੈਜ਼ੀਡੈਂਸੀ ਪ੍ਰੂਫ ਸਾਡੇ ਕੋਲ ਹੋਣਾ ਜ਼ਰੂਰੀ ਹੈ। ਅੰਬੈਸੀ ਦੇ ਵਿੱਚ ਇਹ ਜ਼ਰੂਰ ਚੈੱਕ ਕਰਦੇ ਨੇ। ਸੋ ਇਹ ਦੋਨੋਂ ਚੀਜ਼ਾਂ ਓਰੀਜਨਲੀ ਸਾਡੇ ਕੋਲ ਹੋਣੀਆਂ ਜ਼ਰੂਰੀ ਸੀ। ਜਦੋਂ ਆਪਾਂ ਅੰਬੈਸੀ ਪਹੁੰਚੇ, ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਮੇਰਾ ਰੈਜ਼ੀਡੈਂਸ ਪ੍ਰੂਫ ਮੇਰੇ ਕੋਲ ਨਹੀਂ ਹੈ। ਮੈਂ ਆਪਣਾ ਪਰਸ ਵੀ ਦੇਖਿਆ, ਸਾਰੇ ਪੇਪਰ ਵੀ ਦੇਖੇ, ਪਰ ਉਹਨਾਂ ਦੇ ਵਿੱਚ ਮੈਨੂੰ ਨਹੀਂ ਮਿਲਿਆ। ਇੱਕਦਮ ਆਪਾਂ ਟੈਨਸ਼ਨ ਦੇ ਵਿੱਚ ਆ ਗਏ ਕਿ ਹੁਣ ਇੰਨੇ ਸਮੇਂ ਬਾਅਦ ਸਾਡਾ USA ਦਾ ਕੰਮ ਬਣ ਜਾ ਰਿਹਾ ਹੈ। ਇਸ ਗਲਤੀ ਕਰਕੇ ਕਿਤੇ ਕੰਮ ਬੰਦ ਹੀ ਨਾ ਹੋ ਜਾਵੇ, ਕਿਉਂਕਿ ਉਸ ਵੇਲੇ ਘਰ ਦੇ ਵਿੱਚ ਕੋਈ ਨਹੀਂ ਸੀ ਤੇ ਨਾ ਹੀ ਇੰਨੀ ਜਲਦੀ ਕੋਈ ਲੈ ਕੇ ਆ ਸਕਦਾ ਸੀ। ਸਮਾਂ ਘੱਟ ਸੀ, ਸਿਰਫ ਫੋਟੋ ਦੇ ਨਾਲ ਵੀ ਕੰਮ ਨਹੀਂ ਬਣਨਾ ਸੀ। ਇੱਕ ਟੈਨਸ਼ਨ ਜਿਹੀ ਸਾਰੇ ਪਰਿਵਾਰ ਨੂੰ ਹੋ ਗਈ। ਸਾਨੂੰ ਇਸ ਵੇਲੇ ਇਹ ਲੱਗ ਰਿਹਾ ਸੀ ਕਿ ਇਸ ਗਲਤੀ ਕਰਕੇ ਸਾਡਾ ਸਾਰਾ ਬਣਿਆ ਬਣਾਇਆ ਕੰਮ ਬੰਦ ਹੋ ਜਾਵੇਗਾ ਤੇ ਸਾਨੂੰ ਵੀਜ਼ਾ ਨਹੀਂ ਮਿਲੇਗਾ। ਜਦੋਂ ਉੱਥੇ ਮੌਜੂਦ ਹੋਰ ਬੰਦਿਆਂ ਦੇ ਨਾਲ ਗੱਲਬਾਤ ਕੀਤੀ ਕਿ ਸਾਡਾ ਰੈਜ਼ੀਡੈਂਸ ਪ੍ਰੂਫ ਘਰ ਰਹਿ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਤੁਹਾਨੂੰ ਦੂਸਰੀ ਤਰੀਕ ਦੇ ਦੇਣਗੇ, ਤੁਹਾਡਾ ਵੀਜ਼ਾ ਜਾਂ ਫਿਰ ਕੰਮ ਕੈਂਸਲ ਨਹੀਂ ਹੋਵੇਗਾ। ਇਹ ਸਭ ਜਾਣਨ ਦੇ ਬਾਵਜੂਦ ਵੀ ਸਾਨੂੰ ਬਹੁਤ ਟੈਨਸ਼ਨ ਸੀ। ਸੋ ਮੈਂ ਆਪਣੇ ਪਰਿਵਾਰ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਆਪਾਂ ਜਪਜੀ ਸਾਹਿਬ ਜੀ ਦਾ ਸਹਾਰਾ ਲੈਣਾ ਹੈ ਤੇ ਸਾਰਾ ਪਰਿਵਾਰ ਇਕੱਠਾ ਹੋ ਕੇ ਪਾਠ ਕਰਨ ਲੱਗਿਆ। ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਇਸ ਔਖੀ ਘੜੀ ਦੇ ਵਿੱਚ ਸਾਡੀ ਸਹਾਇਤਾ ਕਰੋ। ਸੋ ਸਾਡੀ ਵਾਰੀ ਆਈ। ਉਹਨਾਂ ਨੇ ਸਾਡਾ ਪਾਸਪੋਰਟ ਮੰਗਿਆ ਅਤੇ ਕ੍ਰੋਸ ਚੈੱਕ ਕਰਨ ਲੱਗੇ। ਇਸ ਤੋਂ ਪਹਿਲਾਂ ਕਿ ਉਹ ਅਗਲਾ ਡਾਕੂਮੈਂਟ ਰੈਜ਼ੀਡੈਂਸ ਪ੍ਰੂਫ ਮੰਗਦੇ, ਉਹਨਾਂ ਦੇ ਸਿਸਟਮ ਦਾ ਸਰਵਰ ਡਾਊਨ ਹੋ ਗਿਆ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਸਿਸਟਮ ਕੰਮ ਨਹੀਂ ਕਰ ਰਿਹਾ ਸੀ। ਆਪਾਂ ਵੀਜ਼ਾ ਡਾਕੂਮੈਂਟ ਤਾਂ ਸਾਰੇ ਦੇ ਦਿੱਤੇ ਸੀ, ਸਾਨੂੰ ਸਿਰਫ ਰੈਜ਼ੀਡੈਂਸ ਪ੍ਰੂਫ ਦੀ ਟੈਨਸ਼ਨ ਸੀ। ਵਾਰ-ਵਾਰ ਚਲਾਉਣ ਦੇ ਬਾਵਜੂਦ ਵੀ ਉਹਨਾਂ ਦਾ ਸਿਸਟਮ ਕੰਮ ਨਹੀਂ ਕਰ ਰਿਹਾ ਸੀ। ਜਦੋਂ ਇੰਜ ਕੋਸ਼ਿਸ਼ ਕਰਦਿਆਂ ਅੱਧਾ ਘੰਟਾ ਬੀਤ ਗਿਆ ਤਾਂ ਵੀਜ਼ਾ ਆਫਿਸਰ ਆਪਣੇ ਕਮਰੇ ਚੋਂ ਬਾਹਰ ਆਇਆ ਅਤੇ ਉਸਨੇ ਕਿਹਾ ਕਿ ਇਹਨਾਂ ਦੇ ਡਾਕੂਮੈਂਟ ਲੈ ਕੇ ਇਹਨਾਂ ਨੂੰ ਫ੍ਰੀ ਕਰ ਦਿਓ ਤੇ ਇੰਟਰਵਿਊ ਦੇ ਲਈ ਭੇਜ ਦਿਓ। ਉਹਨਾਂ ਨੇ ਸਾਡੇ ਕੋਲੋਂ ਰੈਜ਼ੀਡੈਂਸ ਪ੍ਰੂਫ ਮੰਗਿਆ ਹੀ ਨਹੀਂ। ਆਪਾਂ ਉਹਨਾਂ ਨੂੰ ਡਾਕੂਮੈਂਟ ਦਿੱਤੇ, ਸਾਡੀ ਇੰਟਰਵਿਊ ਹੋਈ ਤੇ ਆਪਾਂ ਉੱਥੋਂ ਬਾਹਰ ਆ ਗਏ। ਜਦੋਂ ਮੈਂ ਬਾਹਰ ਆਇਆ ਤਾਂ ਮੇਰੀਆਂ ਅੱਖਾਂ ਪਾਣੀ ਦੇ ਨਾਲ ਭਰੀਆਂ ਹੋਈਆਂ ਸੀ, ਇਹ ਸੋਚ ਕੇ ਕਿ ਜਿੱਥੇ ਉਸ ਪਰਮਾਤਮਾ ਦੀ ਨਜ਼ਰ ਦੀ ਮੋਹਰ ਲੱਗ ਜਾਂਦੀ ਹੈ, ਉਹ ਤਾਂ ਵੱਡੇ ਵੱਡੇ ਸਿਸਟਮ ਵੀ ਰੋਕ ਦਿੰਦੀ ਹੈ। ਉਸ ਪਰਮਾਤਮਾ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲਦੀ। ਉਸ ਪਰਮਾਤਮਾ ਦੇ ਅੱਗੇ ਸਾਰੇ ਕਾਨੂੰਨ ਲਾ ਸਭ ਕੁਝ ਧਰੇ ਦੇ ਧਰੇ ਰਹਿ ਜਾਂਦੇ ਨੇ। ਜਿਸ ਤੋਂ ਬਾਅਦ ਸਾਡਾ ਵੀਜ਼ਾ ਆ ਗਿਆ ਤੇ ਹੁਣ ਆਪਾਂ USA ਦੇ ਵਿੱਚ ਆਪੋ ਆਪਣੇ ਕੰਮਾਂ ਦੇ ਉੱਤੇ ਲੱਗੇ ਹੋਏ ਹਾਂ। ਪਰ ਆਪਾਂ ਇੱਥੇ ਆ ਕੇ ਵੀ ਜਪਜੀ ਸਾਹਿਬ ਜੀ ਦਾ ਸਾਥ ਨਹੀਂ ਛੱਡਿਆ ਤੇ ਨਾ ਹੀ ਪਰਮਾਤਮਾ ਨੇ ਕਦੀ ਸਾਡਾ ਸਾਥ ਛੱਡਿਆ।